Hanji, good morning to all of my students. How are you all? बच्चे आवाज आ रही है मेरी? हाँ, मैसेज आ गया। ओके, फाइन, गुड 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 गुड। I'm also fine. I'm also fine. Thank you. चलो एक अटेंडेंस बाद में चले जाएंगे। हाँ जी, सो लास्ट टाइम असी चार्ज बारे गल की सीगी। चार्ज हुंदा की है ते किसी बॉडी ते चार्ज किदां प्रोड्यूस किया जा सकता है ਜਾਂ ਤੁਸੀਂ कह सकते इंड्यूस किया जा सकता है ਜਾਂ किदां चार्ज ट्रांसफर किया जा सकता है फ्रॉम वन बॉडी टू अनदर। ये असी लास्ट लेक्चर दे विच पढ़िया सीगा। ठीक है जी, तुसी सारे ने ये जो लास्ट वीडियो मैं अपलोड की थी वो देख ली होनी है। ठीक है, अगर उस लेक्चर दे विच प्रीवियस लेक्चर विच किसी भी तरह की कोई प्रॉब्लम है तो तुसी मैनू मैसेज कर सकते हो, मैनू पूछ सकते हो क्वेश्चन वो रिलेटेड जो भी है। ठीक है जी, अज की जी अपनी क्लास है ये असी जो टॉपिक करन जा रहे हैं दैट इज methods of charging a body। methods of charging a body। लास्ट टाइम तो मैं एक क्वेश्चन लिखाया सीगा, उन्हां विचों एक क्वेश्चन है किहड़े-किहड़े मैथड्स ने जिहदे नाल असीं एक बॉडी नूं चार्ज कर सकते हैं। तो बच्चे जे असीं मैथड्स की गल करिए, methods अपने कोले basically there are 3 types of methods with the help of which we can charge a body। first is by
conduction by conduction. Second is by rubbing, or you can say that by friction, and third is by induction. ਤਾਂ ਹੁਣ ਅਸੀਂ ਇਕੱਲੇ ਮੈਥਡ ਨੂੰ ਸਮਝਣਾ ਹੈ ਕਿ ਇਹ ਮੈਥਡ ਕਿਸ ਮੈਥਡ ਨਾਲ ਕਿਸ ਤਰੀਕੇ ਨਾਲ ਬਾਡੀ ਕੀ ਹੈ ਚਾਰਜ ਹੁੰਦੀ ਹੈ। ਤਾਂ ਬਾਈ ਕੰਡਕਸ਼ਨ ਦੇਖੋ ਨਾਮ ਤੋਂ ਕਲੀਅਰ ਹੈ, ਕੰਡਕਟਿੰਗ ਹੈ ਨਾ। ਕੰਡਕਸ਼ਨ ਇੱਕ ਅਜਿਹਾ ਮੈਥਡ ਹੈ ਜਿਹਦੇ ਵਿੱਚ ਫਿਜ਼ੀਕਲ ਕੰਟੈਕਟ ਹੋਣਾ ਜ਼ਰੂਰੀ ਹੈ, ਜਿਹਦੇ ਵਿਚਕਾਰ ਇੱਕ ਚਾਰਜਡ ਬਾਡੀ ਤੇ ਇੱਕ ਅਨਚਾਰਜਡ ਬਾਡੀ। मतलब ਜਿਹੜੀ ਬਾਡੀ ਨੂੰ ਤੁਸੀਂ ਚਾਰਜ ਕਰਨਾ ਚਾਹੁੰਦੇ ਹੋ ਉਹਨੂੰ ਅਗਰ ਅਸੀਂ ਕਿਸੇ ਚਾਰਜਡ ਬਾਡੀ ਦੇ ਨਾਲ ਡਾਇਰੈਕਟ ਕੰਟੈਕਟ ਲਿਆ ਦਈਏ ਤਾਂ ਬੱਚੇ ਚਾਰਜ ਟ੍ਰਾਂਸਫਰ ਹੋਊਗਾ। ਤਾਂ ਬਾਈ ਕੰਡਕਸ਼ਨ ਕੀ ਹੈ? ਇਟ ਇਜ਼ ਅ ਮੈਥਡ in which there is a physical contact between charged body and uncharged body ਜਦੋਂ ਇਹ ਫਿਜ਼ੀਕਲ ਕੰਟੈਕਟ ਇਹਨਾਂ ਵਿੱਚ ਹੋਏਗਾ ਤਾਂ ਕੀ ਹੋਏਗਾ? then electrons transfer from one body to another। ਤੇ ਅਸੀਂ ਇਹ ਗੱਲ ਬੜੇ ਅੱਛੇ ਤਰੀਕੇ ਨਾਲ ਸਮਝ ਚੁੱਕੇ ਹਾਂ ਕਿ ਜਦੋਂ ਵੀ ਇਲੈਕਟ੍ਰੋਨਸ ਟ੍ਰਾਂਸਫਰ ਹੋਣਗੇ ਇਹਦਾ ਮਤਲਬ ਕੀ ਹੋਏਗਾ? ਜਾਂ ਤਾਂ ਬਾਡੀ ਦੇ ਵਿੱਚ ਇਲੈਕਟ੍ਰੋਨ ਵਧਣਗੇ ਜਾਂ ਘਟਣਗੇ, ਜਾਂ ਤਾਂ ਐਫੀਸ਼ੀਐਂਸੀ ਆਊਗੀ ਜਾਂ ਡੈਫੀਸ਼ੀਐਂਸੀ ਆਊਗੀ। ਦੋਨਾਂ ਚੋਂ ਕੁਝ ਵੀ ਹੋ ਜੇ ਤਾਂ ਬਾਡੀ ਤੇ ਕੀ ਆ ਜਾਊਗਾ? ਚਾਰਜ। ਜਿਵੇਂ ਆਪਾਂ ਇੱਕ ਕੰਡਕਸ਼ਨ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਮੰਨ ਲਓ ਤੁਹਾਡੇ ਕੋਲੇ ਇੱਕ ਆ ਗਲਾਸ ਰੋਡ ਹੈ, ਠੀਕ ਹੈ। ਸੌਰੀ, ਇੱਥੇ ਆਪਾਂ ਗਲਾਸ ਰੋਡ ਨਹੀਂ, ਇੱਥੇ ਆਪਾਂ ਕੰਡਕਟਰ ਆਪਾਂ ਨੂੰ ਕੰਸੀਡਰ ਕਰਨਾ ਪੈਣਾ। ਮੈਂ ਦੱਸੂਗਾ ਵੀ, ठीक है। सपोज ये मेटल की कोई प्लेट है, मेटल प्लेट, इतने मान लो पॉजिटिव चार्ज, ठीक है जी। इस दे कांटेक्ट दे विच तुसी कोई होर कंडक्टर लिया, की लिया? कंडक्टर। ਤਾਂ ਕੰਡਕਟਰ ਦੇ ਵਿੱਚ ਕੀ ਹੋਊਗਾ? ਸਟਾਰਟਿੰਗ ਦੇ ਵਿੱਚ ਜਿੰਨੇ ਨੰਬਰ ਆਫ ਪੋਜ਼ਿਟਿਵ ਉਹਨੇ ਨੈਗੇਟਿਵ, ਜਿੰਨੇ ਪੋਜ਼ਿਟਿਵ ਉਹਨੇ ਨੈਗੇਟਿਵ, ਜਿੰਨੇ ਪੋਜ਼ਿਟਿਵ ਉਹਨੇ ਨੈਗੇਟਿਵ ਐਜ਼ ਇਟ ਇਜ਼ ਹੋਣਗੇ, ਹਨਾ। ਤਾਂ ਕੀ ਹੋਏਗਾ? ਮੈਟਲ ਪਲੇਟ ਤੇ ਹੈਗਾ ਦੇਖੋ ਨੈਗੇਟਿਵ ਚਾਰਜ, ਸੌਰੀ ਪੋਜ਼ਿਟਿਵ ਚਾਰਜ। ਤਾਂ ਬੱਚੇ ਇਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ ਇਹ ਇਸ ਮੈਟਲ ਪਲੇਟ ਵੱਲ ਕੀ ਹੋ ਜਾਣਗੇ? ਜੰਪ ਕਰ ਜਾਣਗੇ, ਟ੍ਰਾਂਸਫਰ ਹੋ ਜਾਣਗੇ, ਮੂਵ ਹੋ ਜਾਣਗੇ, ਕਿਉਂਕਿ ਕੰਡਕਟਰ ਦੇ ਵਿੱਚ ਚਾਰजेस ਮੂਵ ਹੋ ਸਕਦੇ ਆ। ਤਾਂ ਜਦੋਂ ਅਸੀਂ ਇਹਨੂੰ ਅਲੱਗ-ਅਲੱਗ ਕਰ ਦਾਂਗੇ ਤਾਂ ਕੀ ਹੋਊਗਾ ਕਿ ਇਹ ਸਾਡੇ ਕੋਲੇ ਕੰਡਕਟਰ ਕੋਲੇ ਜਿਹੜੇ ਕੀ ਹੈ ਨੈਗੇਟਿਵ ਚਾਰजेस ਨੇ ਉਹਨਾਂ ਦੀ ਡੈਫੀਸ਼ੀਐਂਸੀ ਹੋ ਜਾਏਗੀ। ਦੇਖੋ ਪਹਿਲਾਂ ਕੀ ਹੈ ਤਿੰਨ ਮੈਂ ਕੀ ਦਿਖਾਏ ਸੀਗੇ? ਨੈਗੇਟਿਵ, 3 ਹੀ ਪੋਜ਼ਿਟਿਵ। ਹੁਣ ਇੱਥੇ ਮੈਂ 3 ਪੋਜ਼ਿਟਿਵ ਦਿਖਾਣਾ, ਮਤਲਬ 3 ਨੈਗੇਟਿਵ ਚਾਰਜ ਇੱਥੋਂ ਕੀ ਹੋ ਗਏ? ਰਿਮੂਵ ਹੋ ਗਏ। दैट मींस ਇਹ ਬਾਡੀ ਕੀ ਹੋ ਗਈ? ਪੋਜ਼ਿਟਿਵਲੀ ਚਾਰਜਡ। बॉडी की होगी पॉजिटिवली चार्ज्ड। तो ये नाल एक चीज लिखनी और बड़ी जरूरी है कंडक्टर से कंडक्टिंग दे विच। इट इज पॉसिबल, मतलब जिहड़ा कंडक्शन का मैथड है पॉसिबल है, इट इज पॉसिबल ओनली फॉर कंडक्टर्स। कंडक्टर्स दे विच ही कंडक्शन राही, कंडक्शन मैथड राही चार्ज ट्रांसफर हो सकता है। दूसरा,
ਹੁਣ ਆ ਗਿਆ ਜੀ ਆਪਣੇ ਕੋਲੇ ਬਾਈ ਰਬਿੰਗ ਔਰ ਬਾਈ ਫ੍ਰਿਕਸ਼ਨ। ਇਹ ਅਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ ਕਿ ਜਦੋਂ ਅਸੀਂ ਗਲਾਸ ਰੋਡ ਨੂੰ ਸਿਲਕ ਕਲੌਥ ਦੇ ਨਾਲ ਰਬ ਕਰਦੇ ਆ ਤਾਂ એનર્ਜੀ ਪੈਦਾ ਹੁੰਦੀ ਹੈ ਹਨਾ। ਤੇ ਵਰਕ ਫੰਕਸ਼ਨ ਹੈ ਜਿਹੜਾ ਗਲਾਸ ਰੋਡ ਦਾ ਉਹ ਘੱਟ ਹੈ ਐਜ਼ ਕੰਪੇਅਰ ਟੂ ਸਿਲਕ, देयरफॉर એનર્ਜੀ ਐਕਵਾਇਰ ਕਰਕੇ ਜਿਹੜੇ ਇਲੈਕਟ੍ਰੋਨਸ ਨੇ ਗਲਾਸ ਰੋਡ ਤੋਂ ਸ਼ਿਫਟ ਹੋ ਜਾਂਦੇ ਨੇ ਸਿਲਕ ਦੇ ਵਿੱਚ, ਜਿਹਦੇ ਕਰਕੇ ਕੀ ਹੋ ਜਾਂਦਾ ਹੈ ਸਿਲਕ ਤੇ ਨੈਗੇਟਿਵ ਚਾਰਜ ਆ ਜਾਂਦਾ ਹੈ ਤੇ ਕੀ ਹੈ ਜਿਹੜੀ ਆਹ ਗਲਾਸ ਰੋਡ ਆ ਉਹਦੇ ਪੋਜ਼ਿਟਿਵ ਚਾਰਜ ਆ ਜਾਂਦਾ ਹੈ। ਠੀਕ ਹੈ, ਮਤਲਬ ਇਹਦੇ ਵਿੱਚ ਵੀ ਸਾਨੂੰ ਇਹ ਗੱਲ ਲਿਖਣੀ ਪਊਗੀ, ਇਟ ਇਜ਼ ਅ ਮੈਥਡ in which there is a physical contact between charged body and uncharged body। ਹੁਣ ਬੱਚੇ ਸੋਚਦੇ ਹੋਣੇ ਆ ਕਿ ਸਰ ਫਿਰ ਇੰਡਕਸ਼ਨ ਤੇ ਕੰਡਕਸ਼ਨ ਤੇ ਫ੍ਰਿਕਸ਼ਨ ਚ ਫਰਕ ਕੀ ਹੋਇਆ ਹਨਾ। ਫਰਕ ਹੈਗਾ, ਫਰਕ ਇਹ ਹੈ ਬੱਚੇ ਜਿਹੜੀ ਕੰਡਕਸ਼ਨ ਹੈ, ਕੰਡਕਸ਼ਨ ਦੇ ਵਿੱਚ ਸਾਨੂੰ ਰਬਿੰਗ ਦੀ ਲੋੜ ਨਹੀਂ ਪਈ ਹੈਗੀ। ਜਸਟ ਅਸੀਂ ਇਹ ਕੀਤਾ, ਇੱਕ ਚਾਰਜ ਬੋਡੀ ਲੈ ਕੇ ਆਏ, ਉਹਨੂੰ ਅਸੀਂ ਅਨਚਾਰਜ ਬੋਡੀ ਦੇ ਨਾਲ ਕੰਟੈਕਟ ਕਰਤਾ, ਉਹਦੇ ਵਿੱਚ ਕੈਪੈਸਿਟੀ ਹੁੰਦੀ ਹੈ ਕਿ ਇਲੈਕਟ੍ਰੋਨਸ ਮੂਵ ਕਰ ਸਕਦੇ ਆ, ਐਜ਼ ਇਟ ਇਜ਼ ਤਾਂ ਇਲੈਕਟ੍ਰੋਨ ਮੂਵ ਕਰਕੇ ਬੋਡੀ ਚਾਰਜ ਹੋ ਗਈ। ਬਟ ਇਹਦੇ ਵਿੱਚ ਕੀ ਕਰਨਾ ਪਊਗਾ, ਇਹਦੇ ਵਿੱਚ ਤੁਹਾਨੂੰ ਰਬਿੰਗ ਕਰਨੀ ਪੈਣੀ ਹੈ, ਫਿਰ ਹੀ ਇਲੈਕਟ੍ਰੋਨਸ ਕੋਲੇ એનર્ਜੀ ਆਊਗੀ, ਫਿਰ ਹੀ ਉਹ ਟ੍ਰਾਂਸਫਰ ਹੋ ਸਕਦੇ ਆ, ਅਦਰਵਾਈਜ਼ ਨਹੀਂ ਹੋ ਸਕਦੇ। ਇੰਨਾ ਕਿ ਇਹਦੇ ਵਿੱਚ ਫਰਕ ਹੈ। ਤੇ ਇੱਕ ਇਹ ਧਿਆਨ ਚ ਰੱਖਿਓ ਕਿ ਜਿਹੜੀ ਫ੍ਰਿਕਸ਼ਨ ਹੈ ਨਾ, ਫ੍ਰਿਕਸ਼ਨ ਰਾਹੀਂ ਬੋਡੀ ਨੂੰ ਅਸੀਂ ਚਾਹੇ ਉਹ ਕੰਡਕਟਰ ਹੈ, ਕੰਡਕਟਰ ਨੂੰ ਵੀ ਚਾਰਜ ਕਰ ਸਕਦੇ ਹਾਂ, ਐਂਡ ਇਨਸੂਲੇਟਰਸ ਨੂੰ ਵੀ ਅਸੀਂ ਇਹਦੇ ਨਾਲ ਚਾਰਜ ਕਰ ਸਕਦੇ ਹਾਂ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਬਾਈ ਫ੍ਰਿਕਸ਼ਨ ਅਸੀਂ ਕਿਸੇ ਇਨਸੂਲੇਟਰ ਬੋਡੀ ਤੇ ਚਾਰਜ ਲੈ ਕੇ ਆ ਸਕਦੇ ਹਾਂ, ਜਿਵੇਂ ਗਲਾਸ ਰੋਡ। ਦੇਖੋ ਗਲਾਸ ਕੀ ਹੈ, ਇਜ਼ ਅ ਇਨਸੂਲੇਟਰ, ਪਰ ਚਾਰਜ ਆਇਆ ਨਾ ਤਾਂ ਇਹ ਫ੍ਰਿਕਸ਼ਨ ਨਹੀਂ ਪੋਸੀਬਲ ਹੈ। ਠੀਕ ਹੈ ਜੀ। ਹੁਣ ਦੇਖੋ ਤੁਸੀਂ ਅਕਸਰ ਅੱਜ ਕੱਲ ਨਾ ਫੇਸਬੁੱਕ ਤੇ, ਆਈ ਥਿੰਕ ਮੈਂ ਪਹਿਲਾਂ ਵੀ ਗੱਲ ਕੀਤੀ ਹੋਵੇ, ਫੇਸਬੁੱਕ ਜਾਂ ਆਪਣੇ WhatsApp ਤੇ ਇੱਕ ਬੜੀ ਨਿਊਜ਼ ਵਾਇਰਲ ਹੋ ਰਹੀ ਹੈ ਬੁਢਲਾਡੇ ਦੇ ਵਿੱਚ ਕਿ ਇੱਥੇ ਕਰੰਟ ਲੱਗਦਾ ਜੀ ਹਨਾ, ਜਦੋਂ ਕਿਸੇ ਨੂੰ ਟੱਚ ਕਰਦੇ ਜੀ ਤਾਂ ਕਰੰਟ ਲੱਗਦਾ ਹਨਾ। ਤਾਂ ਆਈ ਥਿੰਕ ਪਹਿਲਾਂ ਮੈਂ ਗੱਲ ਕੀਤੀ ਹੋਵੇ। ਉਹਦਾ ਕਾਰਨ ਕੀ ਹੈ ਬੱਚੇ, ਉਹਦਾ ਕਾਰਨ ਇਹੀ ਹੈ ਫ੍ਰਿਕਸ਼ਨ। ਦੇਖੋ ਜਦੋਂ ਅਸੀਂ ਸਾਡੀ ਬਾਡੀ ਦੀ ਰਬਿੰਗ ਹੁੰਦੀ ਹੈ ਹਨਾ, ਚਾਹੇ ਉਹ 에ਅਰ ਨਾਲ ਕਹਿ ਲਓ, ਚਾਹੇ ਕਿਸੇ ਸਬਸਟੈਂਸ ਨਾਲ ਕਹਿ ਲਓ, ਕਿਸੇ ਦੇ ਨਾਲ ਵੀ ਜਦੋਂ ਰਬਿੰਗ ਹੁੰਦੀ ਹੈ ਤਾਂ ਇਲੈਕਟ੍ਰੋਨਸ ਟ੍ਰਾਂਸਫਰ ਹੋ ਜਾਂਦੇ ਨੇ। ਫੋਰ ਐਗਜ਼ਾਮਪਲ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆ। ਮੰਨ ਲਓ ਮੈਂ ਚੇਅਰ ਤੇ ਬੈਠਾ ਸੀਗਾ ਤੇ ਚੇਅਰ ਨਾਲ ਮੇਰੀ ਬਾਡੀ ਰਬ ਕਰ ਰਹੀ ਹੈ, ਤਾਂ ਕੀ ਹੋਇਆ, ਚੇਅਰ ਤਾਂ ਦੇਖੋ ਇਨਸੂਲੇਟਰ ਹੈ ਬੇਸਿਕਲੀ, ਬਟ ਮੇਰੀ ਬਾਡੀ ਕੰਡਕਟਰ ਹੈ ਹਨਾ। ਤੇ ਜਦੋਂ ਰਬਿੰਗ ਹੋਈ ਤਾਂ ਇਲੈਕਟ੍ਰੋਨਸ ਟ੍ਰਾਂਸਫਰ ਹੋ ਗਏ। ਹੁਣ ਫੋਰ ਐਗਜ਼ਾਮਪਲ ਅਸੀਂ ਸਪੋਜ਼ ਕਰ ਲੈਣਾ ਕਿ ਮੇਰੀ ਬਾਡੀ ਦੇ ਵਿੱਚੋਂ ਕੁਝ ਇਲੈਕਟ੍ਰੋਨ ਚੇਅਰ ਨੂੰ ਚਲ ਗਏ, ਇਹਦਾ ਮਤਲਬ ਮੇਰੀ ਬਾਡੀ ਤੇ ਕੀ ਆ ਗਿਆ, ਪੋਜ਼ਿਟਿਵ ਚਾਰਜ ਆ ਗਿਆ। ਇਹਦਾ ਮਤਲਬ ਮੇਰੀ ਬਾਡੀ ਤੇ ਪੋਜ਼ਿਟਿਵ ਚਾਰਜ ਹੈ। ਜੇ ਮੈਂ ਕਿਸੇ ਮੈਟਲ ਦੇ ਬਲੌਕ ਨੂੰ, ਕਿਸੇ ਮੈਟਲ ਦੇ ਪੀਸ ਨੂੰ ਉਸ ਟਾਈਮ ਤੇ ਟੱਚ ਕਰੂੰਗਾ ਤਾਂ ਆਪਾਂ ਨੂੰ ਪਤਾ ਜਿਹੜਾ ਮੈਟਲ ਹੈ ਉਹ ਇਲੈਕਟ੍ਰੋ ਪੋਜ਼ਿਟਿਵ ਹੁੰਦਾ ਹੈ। ਦੈਟ ਮੀਨਸ ਉਹ ਇਲੈਕਟ੍ਰੋਨ ਆਪਣੇ ਰਿਲੀਜ਼ ਕਰਕੇ ਮੇਰੀ ਬਾਡੀ ਦੇ ਵਿੱਚ ਭੇਜ ਦੂਗਾ ਹਨਾ। ਮਤਲਬ ਮੇਰਾ ਪੋਜ਼ਿਟਿਵ ਚਾਰਜ ਕੀ ਹੋ ਗਿਆ, ਰਿਮੂਵ ਹੋ ਗਿਆ, ਬਟ ਫਲੋ ਆਫ ਇਲੈਕਟ੍ਰੋਨਸ ਹੋ ਗਈ ਉਸ ਮੈਟਲ ਦੇ ਵਿੱਚੋਂ। ਜਦੋਂ ਮੈਂ ਉਹਨੂੰ ਹੱਥ ਲਗਾਇਆ ਤਾਂ ਮੇਰੇ ਵਿੱਚ ਇਲੈਕਟ੍ਰੋਨ ਫਲੋ ਕਰਨ ਲੱਗ ਗਏ, ਜਿਹਦੇ ਕਰਕੇ ਅਸੀਂ ਅੱਗੇ ਜਾ ਕੇ ਪੜਾਂਗੇ ਕਿ ਫਲੋ ਆਫ ਇਲੈਕਟ੍ਰੋਨਸ ਜਾਂ ਫਲੋ ਆਫ ਚਾਰजेस ਇਜ਼ ਕਾਲਡ ਕਰੰਟ। ਇਸੇ ਕਰਕੇ ਸਾਨੂੰ ਕੀ ਲੱਗਦਾ ਹੈ, ਇਲੈਕਟ੍ਰਿਕ ਕਰੰਟ। ਮਤਲਬ ਛੋਟੇ ਛੋਟੇ ਸਾਨੂੰ ਕਰੰਟ ਦੇ ਜਿਹੜੇ ਝਟਕੇ ਕਹਿ ਸਕਦੇ ਹਾਂ ਸਾਨੂੰ ਮਹਿਸੂਸ ਹੁੰਦੇ ਆ। ਅੱਛਾ ਤੁਸੀਂ ਇਹ ਨਹੀਂ ਕਦੇ ਦੇਖਿਆ ਹੋਊਗਾ ਤਾਂ ਤੁਸੀਂ ਦੇਖੋ ਸਰਦੀਆਂ ਦਾ ਹੁਣ ਇਹ ਮੌਸਮ ਕੀ ਹੈ, ਪਾਸ ਆਊਟ ਹੋਇਆ ਹਨਾ, ਤਾਂ ਅਸੀਂ ਸਾਰੇ ਜਣੇ ਕੀ ਹੈ ਕੰਬਲ ਯੂਜ਼ ਕਰਦੇ ਆ ਹਨਾ ਸਰਦੀਆਂ ਦੇ ਵਿੱਚ। ਤਾਂ ਤੁਸੀਂ ਕੰਬਲ ਨੂੰ ਦੀ ਜਦੋਂ ਤੈਅ ਲਗਾਉਣੇ ਹੁੰਦੇ ਹੋ ਹਨਾ, ਜਦੋਂ ਮਤਲਬ ਸਵੇਰੇ ਉੱਠ ਕੇ ਤੈਅ ਲਗਾਉਣਾ, ਤੁਸੀਂ ਦੇਖਿਓ ਉਹਦੇ ਵਿੱਚ ਨਾ ਸਾਊਂਡ ਪ੍ਰੋਡਿਊਸ ਹੁੰਦਾ ਹੈ। ਕਿਸੇ ਨੇ ਸੁਣਿਆ ਸਾਊਂਡ ਹੋਊ ਕਦੇ? ਜੇ ਸੁਣਿਆ ਤਾਂ ਮੈਨੂੰ ਯੈਸ ਦਾ ਮੈਸੇਜ ਜ਼ਰੂਰ ਟਾਈਪ ਕਰੋ। ਤਾਂ ਜਿਹੜਾ ਉਹ ਸਾਊਂਡ ਪੈਦਾ ਹੋ ਰਿਹਾ ਬੱਚੇ, ਉਹ ਕਾਹਦੇ ਕਰਕੇ ਹੈ? ਹਾਂ ਉਹ ਸਾਊਂਡ, ਵੈਰੀ ਗੁੱਡ ਮੈਸੇਜ ਆ ਰਿਹਾ। ਹਾਂ ਉਹ ਜਿਹੜਾ ਸਾਊਂਡ ਹੈ ਨਾ ਉਹ ਕੀ ਹੈ, ਉਹ ਸਪਾਰਕਿੰਗ ਹੈ। ਕਾਹਦੀ ਸਪਾਰਕਿੰਗ ਹੈ? ਉਹ ਜਿਹੜੇ ਇਲੈਕਟ੍ਰੋਨਸ ਟ੍ਰਾਂਸਫਰ ਹੋ ਰਹੇ ਨੇ ਹਨਾ ਫਰੋਮ ਵਨ, ਮਤਲਬ ਉਸ ਦੇ ਵਿੱਚ ਜਿਹੜੇ ਕੰਬਲ ਦੇ ਵਿੱਚ ਇਲੈਕਟ੍ਰੋਨਸ ਕੁਝ ਟ੍ਰਾਂਸਫਰ ਹੋ ਰਹੇ ਨੇ, ਠੀਕ ਹੈ, ਫਰੋਮ ਵਨ ਸਰਫੇਸ ਟੂ ਅਨਦਰ, ਉਹਨਾਂ ਕਰਕੇ ਉਹ ਕੀ ਹੈ, ਕਰੰਟ ਜਨਰੇਟ ਹੁੰਦਾ ਹੈ।
ठीक है, ये सारा कुछ ਤਾਂ ਹੀ है। अच्छा ਤੁਸੀਂ कदे कोई मतलब ਜਿਹੜਾ ਕੀ है अपने को जेडे सर नेटवर्क की वजह से दीप की क्लास ज्वाइन नहीं हो रही थी, उसे ऐड कर लीजिए। ओके मैं देखता बच्चे दीप ओके। ਤਾਂ ਅਸੀਂ ਕਈ ਵਾਰ ਨਾ ਜਦੋਂ ਮਤਲਬ मतलब ਤੁਸੀਂ ਕਿਸੇ ਟੂਰ ਤੇ ਜਾ ਰਹੇ ਹੋ ਆਪਣੀ ਕਾਰ 'ਚ ਹੈਨਾ, ਤਾਂ ਕਾਰ ਇਜ਼ ਅ ਕੰਡਕਟਰ, ਠੀਕ ਹੈ, ਮੈਟਲ ਦੀ ਬੋਡੀ ਦੀ ਬਣੀ ਹੋਈ ਹੈ, ਕਾਰ ਇਜ਼ ਅ ਕੰਡਕਟਰ, ਤੁਸੀਂ ਉਹਦੇ ਅੰਦਰ ਬੈਠੇ ਹੋ। ਚਲੋ ਆਪਾਂ ਥੋੜੀ ਜਿਹੀ ਇੱਕ ਇਮੇਜਿਨੇਸ਼ਨ ਬਣਾਉਂਦੇ ਹਾਂ। ਮੰਨ ਲਓ ਆ ਤੁਹਾਡੀ ਕਾਰ ਹੈ, ਬੜੀ ਅੱਛੀ ਡਰਾਇੰਗ ਤਾਂ ਨਹੀਂ ਹੈਗੀ ਮੇਰੀ, ਪਰ ਆਪਾਂ ਇੱਕ ਸਮਝਣ ਵਾਸਤੇ ਬਣਾ ਲਾਂਗੇ, ਠੀਕ ਹੈ ਜੀ। ਏਦਾਂ ਮੰਨ ਲਓ ਤੁਹਾਡੀ ਕਾਰ ਐਵੇਂ ਜਾ ਰਹੀ ਹੈ, ਤਾਂ ਰਸਤੇ 'ਚ ਕੀ ਹੈ ਬੱਚੇ, ਏਅਰ। ਇਹਦਾ ਮਤਲਬ ਤੁਹਾਡੀ ਕਾਰ ਏਅਰ ਦੇ ਨਾਲ ਸਟ੍ਰਾਈਕ ਹੋ ਕੇ ਅੱਗੇ ਨੂੰ ਜਾ ਰਹੀ ਹੈ, ਅੱਗੇ ਨੂੰ ਮੂਵ ਕਰਦੀ ਹੈ, ਹਨਾ। ਇਹਦਾ ਮਤਲਬ ਇਹ ਹੋਇਆ, ਇਹਦਾ ਮਤਲਬ ਜਿਹੜੀ ਸਾਡੀ ਕਾਰ ਹੈ ਉਹ ਏਅਰ ਦੇ ਨਾਲ ਰਬ ਹੋ ਰਹੀ ਹੈ, ਤਾਂ ਰਬਿੰਗ ਹੋਊਗੀ। ਤਾਂ ਰਬਿੰਗ ਹੋਣ ਦੇ ਨਾਲ ਕੀ ਹੋਏਗਾ, ਜਿਹੜੀ ਕੀ ਹੈ ਇਸ ਜਿਹੜੀ ਸਾਡੀ ਜਿਹੜੀ ਕਾਰ ਹੈ, ਜਿਹੜੀ ਇਹ ਮੈਟਲ ਦੀ ਬਣੀ ਹੋਈ ਹੈ, ਇਹਦੇ ਵਿੱਚੋਂ ਬੱਚੇ ਇਲੈਕਟ੍ਰੋਨਸ ਕੀ ਹੈ ਐਮਿਟ ਹੋਣੇ ਸ਼ੁਰੂ ਹੋ ਜਾਂਦੇ, ਜਿਹਦੇ ਕਰਕੇ ਇਹ ਜਿਹੜੀ ਸਾਡੀ ਕਾਰ ਹੈ, ਇਹਦੀ ਜਿਹੜੀ ਬੋਡੀ ਹੈ ਉਹ ਪੋਜ਼ਿਟਿਵ ਚਾਰਜ ਅਕਵਾਇਰ ਕਰਨਾ ਸ਼ੁਰੂ ਕਰ ਦਿੰਦੀ ਹੈ। ਤੇ ਤੁਸੀਂ ਦੇਖਿਓ ਕਿ ਜਦੋਂ ਤੁਸੀਂ ਕਿਸੇ ਲੰਮੇ ਟੂਰ ਤੇ ਜਾ ਕੇ ਆਉਣੇ ਹੋ ਹਨਾ, ਬਾਈ ਦਾ ਵੇ ਸਡਨਲੀ ਤੁਸੀਂ ਕੀ ਹੈ ਡੋਰ ਓਪਨ ਕਰਕੇ ਗਰਾਊਂਡ ਤੇ ਜਦੋਂ ਪੈਰ ਲਗਾਉਣੇ ਹੋ ਨਾ, ਤਾਂ ਤੁਹਾਨੂੰ ਉਦੋਂ ਵੀ ਕਿਸੇ ਨਾ ਕਿਸੇ ਨੂੰ ਪੱਕਾ ਇਲੈਕਟ੍ਰਿਕ ਸ਼ੌਕ ਲੱਗਿਆ ਹੋਊਗਾ। ਉਹਦਾ ਕਾਰਨ ਵੀ ਕੀ ਹੈ ਕਿ ਜਦੋਂ ਤੁਹਾਡੀ ਦੇਖੋ ਜਿਹੜੀ ਇਹ ਕਾਰ ਹੈ ਪੋਜ਼ਿਟਿਵਲੀ ਚਾਰਜ ਹੋ ਗਈ, ਠੀਕ ਹੈ ਜੀ, ਤੁਸੀਂ ਆਪਣੇ ਹੈਂਡ ਨੂੰ ਕਾਰ ਤੇ ਰੱਖਿਆ, that means ਤੁਹਾਡੀ ਬੋਡੀ ਦੇ ਵਿੱਚੋਂ ਉਸ ਕਾਰ ਦੇ ਵਿੱਚ ਇਲੈਕਟ੍ਰੋਨ ਕੀ ਹੋ ਗਏ, ਸ਼ਿਫਟ ਹੋ ਗਏ। that means ਇਲੈਕਟ੍ਰੋਨ ਫਲੋ ਕਰ ਗਏ, ਇਹਦੇ ਕਰਕੇ ਤੁਹਾਨੂੰ ਕੀ ਲੱਗਦਾ ਹੈ, ਕਰੰਟ ਲੱਗਦਾ। ਹੁਣ ਇਹ ਸਾਡੇ ਵਾਸਤੇ ਇੱਕ ਨਾ ਬਹੁਤ ਵੱਡੀ ਸਮੱਸਿਆ ਸੀ, ਬਹੁਤ ਵੱਡੀ ਸਾਡੇ ਲਈ ਪ੍ਰੋਬਲਮ, ਕਿ ਇਸ ਤਰੀਕੇ ਦੇ ਨਾਲ ਤਾਂ ਬਲਾਸਟ ਹੋ ਸਕਦੇ। ਤੁਸੀਂ ਕਹੋਗੇ ਸਰ ਬਲਾਸਟ ਕਿਵੇਂ? ਦੇਖੋ ਐਕਚੁਅਲੀ ਬੱਚੇ ਜਿਹੜੀ ਸਾਡੀ ਜਿਹੜੀ ਕਾਰ ਹੈ ਨਾ, ਉਹ ਕਾਰ ਜਾਂ ਤਾਂ ਪੈਟਰੋਲ ਤੇ ਚੱਲਦੀ ਹੈ ਜਾਂ ਉਹ ਡੀਜ਼ਲ ਤੇ ਚੱਲਦੀ ਹੈ। ਹੁਣ ਸੀਐਨਜੀ ਤੇ ਵੀ ਚੱਲਦੀਆਂ ਨੇ, ਕਈ ਬੱਚੇ ਸੋਚ ਰਹੇ ਹੋ ਸਰ ਸੀਐਨਜੀ ਤੇ ਵੀ ਚੱਲਦੀ ਹੈ, ਐਲਪੀਜੀ ਤੇ ਵੀ ਚੱਲਦੀ ਹੈ ਹਨਾ। ਮਤਲਬ ਜਿੰਨੇ ਵੀ ਇਹ ਫਿਊਲ ਨੇ ਇਹ ਇਨਫਲਾਮੇਬਲ ਨੇ, ਮਤਲਬ ਇਹਨਾਂ ਨੂੰ ਅੱਗ ਲੱਗ ਸਕਦੀ ਹੈ ਹਨਾ। ਤਾਂ ਦੇਖੋ ਇੱਕ ਚੀਜ਼ ਸੋਚੋ, ਦੇਖੋ ਕਾਰ ਅਸੀਂ ਚਲਾਉਣੀ ਹੈ, ਜਾਣਾ ਹਨਾ, ਕਿਤੇ ਨਾ ਕਿਤੇ ਜਾਣਾ ਤਾਂ ਹੈਗਾ ਹੀ ਹੈ। ਜਦੋਂ ਕਾਰ ਚਲਾਉਂਗੇ ਤਾਂ ਆਪਾਂ ਫ੍ਰਿਕਸ਼ਨ ਦੇ ਰਾਹੀਂ ਪੜ੍ਹਦੇ ਆ ਕਿ ਬੋਡੀ ਚਾਰਜ ਹੋ ਜਾਂਦੀ ਹੈ। ਹੁਣ ਜਦੋਂ ਬਹੁਤ ਜ਼ਿਆਦਾ ਚਾਰਜ ਸਟੋਰ ਹੋਏਗਾ ਉਸ ਬੋਡੀ ਤੇ, ਉਸ ਬੋਡੀ ਦੇ ਵਿੱਚ ਹੈਗਾ ਪੈਟਰੋਲ ਜਾਂ ਡੀਜ਼ਲ ਜਾਂ ਸੀਐਨਜੀ ਵਟਐਵਰ ਕੁਝ ਵੀ ਹੈ, ਜੇ ਇਹ ਹੋਏਗਾ ਤਾਂ ਜਦੋਂ ਬਹੁਤ ਜ਼ਿਆਦਾ ਪੋਜ਼ਿਟਿਵ ਚਾਰਜ ਕੀ ਹੈ ਇਕੱਠਾ ਹੋ ਜਾਏਗਾ, ਤਾਂ ਬੱਚੇ ਉੱਥੇ ਹੋ ਜਾਏਗਾ ਬਲਾਸਟ, ਉੱਥੇ ਬਲਾਸਟ ਹੋ ਜਾਊਗਾ। ਕਿਉਂਕਿ ਪੋਜ਼ਿਟਿਵ ਚਾਰजेस ਨੇ ਜਿਹੜੇ ਆਪਸ ਦੇ ਵਿੱਚ ਜਦੋਂ ਕੋਲਿਜ਼ਨਸ ਕਰਦੇ ਆ ਤੇ ਛੋਟਾ ਜਿਹਾ ਸਪਾਰਕ ਕਰਦੇ ਆ, ਉਹ ਛੋਟਾ ਜਿਹਾ ਸਪਾਰਕ ਨੂੰ ਕੀ ਮਿਲ ਗਿਆ ਕਿ ਪੈਟਰੋਲ, ਤਾਂ ਬਹੁਤ ਵੱਡਾ ਬਲਾਸਟ ਹੋਊਗਾ। ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਪ੍ਰੋਬਲਮ ਸੀ, ਬਿਗ ਪ੍ਰੋਬਲਮ। ਫਿਰ ਇਹਦਾ ਸੋਲੂਸ਼ਨ ਅਸੀਂ ਫਾਈਂਡ ਆਊਟ ਕੀਤਾ। ਉਸ ਸੋਲੂਸ਼ਨ ਦੇ ਮੈਂ ਤੁਹਾਨੂੰ ਕੁਐਸਚਨ ਵੀ ਦਿਖਾਉਂਗਾ। ਇੱਕ ਮੈਸੇਜ ਆਇਆ, ਸਰ ਹਾਊ ਡੂ ਵੀ ਨੋ ਦੈਟ ਦ ਬੋਡੀ ਇਜ਼ ਪੋਜ਼ਿਟਿਵ ਚਾਰਜ ਔਰ ਨੈਗੇਟਿਵ ਚਾਰਜ ਆਫਟਰ ਰਬਿੰਗ। ਹਾਂ ਬੱਚੇ ਵੈਸੇ ਤਾਂ ਇਹ ਵਰਕ ਫੰਕਸ਼ਨ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ, ਉੱਥੋਂ ਸਾਨੂੰ ਪਤਾ ਲੱਗ ਜਾਂਦਾ ਹੈ। ਇੱਕ ਨਾ ਡਿਵਾਈਸ ਹੈ, ਉਹਦੇ ਰਾਹੀਂ ਵੀ ਤੁਹਾਨੂੰ ਪਤਾ ਲੱਗ ਜਾਊਗਾ, ਦੈਟ ਇਜ਼ ਨੋਨ ਐਜ਼ ਇਲੈਕਟ੍ਰੋਸਕੋਪ। ਥੋੜਾ ਜਿਹਾ ਵੀਡੀਓ ਸਰਚ ਮਾਰਿਓ ਉਹਦੀ ਇਲੈਕਟ੍ਰੋਸਕੋਪ ਦੀ, YouTube ਤੇ ਤੁਹਾਨੂੰ ਮਿਲ ਜੂ। ਇਹਦੇ ਨਾਲ ਤੁਹਾਨੂੰ ਪਤਾ ਲੱਗ ਜੂ ਕਿ ਬੋਡੀ ਤੇ ਪੋਜ਼ਿਟਿਵ ਚਾਰਜ ਹੁੰਦਾ ਹੈ ਜਾਂ ਨੈਗੇਟਿਵ ਚਾਰਜ ਹੁੰਦਾ ਹੈ। ਜਿਹੜੇ ਮੈਟਲਸ ਨੇ ਉਹ ਸਾਨੂੰ ਪਤਾ ਵੀ ਉਹ ਪੀਰੀਓਡਿਕ ਟੇਬਲ ਦੇ ਵਿੱਚ ਸਭ ਤੋਂ ਪਹਿਲਾਂ ਆਉਂਦੇ ਨੇ, ਠੀਕ ਹੈ, ਤਾਂ ਇਹਨਾਂ ਦੇ ਜਿਹੜੇ ਚਾਂਸਸ ਨੇ ਉਹ ਇਲੈਕਟ੍ਰੋਨ ਨੂੰ ਡੋਨੇਟ ਕਰਨ ਦੀ ਹੁੰਦੇ ਨੇ, ਤਾਂ ਇਹਨਾਂ ਤੇ ਪੋਜ਼ਿਟਿਵ ਚਾਰਜ। ਤਾਂ ਹੁਣ ਇਸ ਪ੍ਰੋਬਲਮ ਨੂੰ ਕਿਵੇਂ ਸੋਲਵ ਕੀਤਾ ਗਿਆ? ਕੋਈ ਮੈਨੂੰ ਸਟੂਡੈਂਟ ਦੱਸ ਸਕਦਾ ਹੈ ਕਿ ਇਹ ਜਿਹੜੀ ਪ੍ਰੋਬਲਮ ਹੈ, ਜਿਹੜਾ ਚਾਰਜ ਦੇਖੋ ਸਟੋਰ ਹੋ ਰਿਹਾ ਹੈ, ਇਹ ਅਸੀਂ ਚਾਰਜ ਸਟੋਰ ਨਹੀਂ ਹੋਣ ਦੇਣਾ ਚਾਹੁੰਦੇ, ਤਾਂ ਅਸੀਂ ਇਹੋ ਜਿਹਾ ਕੀ ਕਰੀਏ ਸੋ ਦੈਟ ਇਹ ਚਾਰਜ ਡਿਸਚਾਰਜ ਹੋ ਜਾਏ? ਐਨੀਵਨ ਕੋਈ ਸਟੂਡੈਂਟ ਦੱਸ ਸਕਦਾ ਵੀ ਇਹੋ ਜਿਹਾ ਕੀ ਕੀਤਾ ਗਿਆ ਜਿਹਦੇ ਨਾਲ ਸਾਡੀ ਇਹ ਪ੍ਰੋਬਲਮ ਸੋਲਵ ਹੋ ਗਈ? ਕੁਝ ਹੱਦ ਤੱਕ ਤਾਂ ਹਜੇ ਵੀ ਰਹਿੰਦੀ ਹੈ, ਪਰ ਥੋੜਾ ਬਹੁਤ ਚੱਲ ਜਾਂਦਾ, ਉਹਦੇ ਨਾਲ ਕੀ ਬਲਾਸਟ ਨਹੀਂ ਹੁੰਦਾ, ਬਟ ਜਦੋਂ ਜ਼ਿਆਦਾ ਚਾਰਜ ਸਟੋਰ ਹੁੰਦਾ ਹੈ ਉਦੋਂ ਹੀ ਬਲਾਸਟ ਹੁੰਦਾ ਹੈ। Any device, which device? Any device, ਕਿਹੜੀ?
तो सुनो मैं दस जेडे बच्चे डोंट नो कोई गल बच्चे जेडी अपने कार्स है ना कार के जो टायर्स ने कार हो गई बस हो गई है ना जेडे बच्चे इन्होंने टायर्स ने ना ये किहड़े हुंदे ने रबड़ के बने हुंदे ना रबड़ के बट बच्चे हुण ना असीं इहदे च प्योर जिहड़ी रबड़ है वो यूज नहीं करते प्योर रबड़ नहीं यूज करते मतलब जिहड़े टायर्स है ना ये प्योरली इंसुलेटर नहीं हुंदे असीं इन्हां नूं की बनाउणे आ पार्शली कंडक्टिंग बनाए जाते हैं देखो तुसीं ना किसी कार के टायर देखे होने हैं जदों वो बिल्कुल घस गए होंगे ने घसन का मतलब समझते हो भी तुसीं गड्डी बहुत चला ली उस तो बाद वो जिहड़े टायर है वो हुण की है घस गए ठीक है खराब हो गए ते जदों तुसीं इहो जिहे टायर देखोगे ना तो तुहानूं ना बच्चे उन्हां टायर्स दे विच तुहानूं मैटैलिक ना वायर्स मिलणगे मैटल दी वायर्स ਉਹਦੇ ਵਿੱਚ क्यों रखिया ਹੁੰਦੀਆਂ ने सो दैट ਉਸ ਨੂੰ ਅਸੀਂ ਕੀ ਬਣਾ ਸਕੀਏ ਕੰਡਕਟਿੰਗ ਹੁਣ ਇਹ ਕੰਡਕਟਿੰਗ ਬਣਾਉਣ ਦਾ ਸਾਡਾ ਕਾਰਨ ਕੀ ਹੈ ਦੇਖੋ ਇਹ ਜਿਹੜੇ ਟਾਇਰ ਨੇ ਉਹ ਹਮੇਸ਼ਾ ਕੀ ਹੈ एक बार कंसैप्ट समझ लो जी बाद में ना मैं कोशिश करूंगा नेक्स्ट लेक्चर ਦੇ ਵਿੱਚ ਨਾ ਮੈਂ ਇਹਨਾਂ ਦੀ ਵੀਡੀਓ ਦਿਖਾਉਂਗਾ ਕਿਉਂਕਿ ਵੀਡੀਓ ਨਾਲ ਹੀ ਹੋਰ ਜ਼ਿਆਦਾ ਕਿ ਤੁਹਾਨੂੰ ਸਮਝ ਲੱਗਣਗੇ ਠੀਕ ਹੈ मतलब मैं कंसैप्ट ही समझा ਰਿਹਾ ਜਦੋਂ ਦੇਖੋ ਸਾਡੇ ਜਿਹੜੇ ਟਾਇਰਸ ਨੇ ਕਾਰ ਚੱਲੂਗੀ ਉਹਦਾ ਗਰਾਊਂਡ ਨਾਲ ਟੱਚ ਹੀ ਰਹਿਣਗੇ ਨਾ ਗਰਾਊਂਡ ਸਾਡਾ ਕੀ ਹੈ ਐਜ਼ ਅ ਕੰਡਕਟਰ ਤਾਂ ਬੱਚੇ ਜਿਹੜੇ ਇਹ ਮੈਟਲ ਦੇ ਜਿਹੜੇ ਕੀ ਹੈ ਸਾਡੇ ਮੈਟੈਲਿਕ ਜਿਹੜੇ ਟਾਇਰਸ ਨੇ ਪਿਓਰ ਮੈਟਲ ਨਹੀਂ मतलब ਇਹ ਵੀ ਨਹੀਂ ਸਾਰੇ ਮੈਟਲ ਦੇ ਲੱਗੇ ਹੁੰਦੇ ਨੇ रबड़ ਦੇ ਵਿੱਚ ਮੈਟਲ ਮਿਕਸ ਕੀਤਾ ਮੈਟਲ ਦੀਆਂ ਵਾਇਰਸ ਮਿਕਸ ਕੀਤੀਆਂ ਹੁੰਦੀਆਂ ਨੇ ਜਿਹਦੇ ਨਾਲ ਜਿਹੜਾ ਚਾਰਜ ਐਕਸੈਸ ਅਮਾਉਂਟ ਦੇ ਵਿੱਚ ਇਕੱਠਾ ਹੁੰਦਾ ਰਹਿੰਦਾ ਨਾ ਉਹ ਇਹਨਾਂ ਦੀ ਹੈਲਪ ਦੇ ਨਾਲ ਕਿਹਨੂੰ ਜਾਂਦਾ ਰਹਿੰਦਾ ਉਹ ਗਰਾਊਂਡ ਨੂੰ ਜਾਂਦਾ ਰਹਿੰਦਾ ਜਿਹਦੇ ਕਰਕੇ ਇਹ ਸਾਡੀ ਜਿਹੜੀ ਬਾਡੀ ਹੈ ਜਿਹੜੀ ਸਾਡੀ ਕਾਰ ਦੀ ਜਿਹੜੀ ਬਾਡੀ ਹੈ ਉਹਨਾਂ ਤੇ ਚਾਰਜ ਸਟੋਰ ਨਹੀਂ ਹੁੰਦਾ ਇੱਕ ਤਾਂ ਤਰੀਕਾ ਕਾਰ ਦਾ ਇਹ ਹੈ ਇੱਕ ਹੋਰ ਹੈ ਜੇ ਤੁਸੀਂ ਜਿਹੜੇ ਕੀ ਹੈ ਟਰੱਕ ਹੁੰਦੇ ਨਾ ਟਰੱਕ ਮੰਨ ਲਓ ਸਾਡਾ ਕੋਈ ਟਰੱਕ ਹੈ ਉਹਦਾ ਫਰੰਟ व्यू ਦਿਖਾ ਰਿਹਾ ਹਾਂ ਫॉर एग्जांपल दिस इज द ट्रक लाइक दिस टायर छोटा रहेगा ना ਇਹ ਹੈਗਾ ਸਾਡਾ ਗਰਾਊਂਡ ਪਹਿਲਾਂ ਜਿਹੜੇ ਟਾਇਰਸ ਨੇ ਉਹ ਕੰਡਕਟਿੰਗ ਨਹੀਂ ਹੁੰਦੇ ਸੀ ਤਾਂ ਉਦੋਂ ਅਸੀਂ ਕੀ ਕਰਦੇ ਸੀ ਤਾਂ ਅਸੀਂ ਨਾ ਜਿਹੜੇ ਇਸ ਮੈਟੈਲਿਕ ਬਾਡੀ ਹੈ ਇਹਦੇ ਨਾਲ ਨਾ ਅਸੀਂ ਮੈਟਲ ਦੀਆਂ ਵਾਇਰਸ ਅਟੈਚ ਕਰ ਦਿੰਦੇ ਸੀ सर बट वायर्स ਦੇ ਉੱਤੇ ਵੀ ਰਬੜ ਚੜੀ ਹੁੰਦੀ ਹੈ ਜੋ ਕਿ ਇਨਸੂਲੇਟਰ ਹੈ ਤਾਂ ਉੱਥੇ ਚਾਰਜ ਕਿਵੇਂ ਹਾਂ ਬੱਚੇ ਉਹੀ ਕਹਿ ਰਹੇ ਨਾ मतलब ਜਦੋਂ ਅਸੀਂ ਕਿਸੇ ਨੂੰ ਪਾਰਸ਼ਲੀ ਕੰਡਕਟਰ ਬਣਾਤਾ ਨਾ मतलब जब पार्शली इंसुलेटर क्या कहता ਇਹਦਾ मतलब इट इज नॉट एन एब्सोल्यूट इंसुलेटर ਇਹਦਾ मतलब फिर ਇਹਦਾ मतलब ਇਹ ਹੋ ਗਿਆ ਵੀ ਉਹਦੇ ਵਿੱਚ ਕੁਝ ਨਾ ਕੁਝ ਮੂਵਮੈਂਟ ਚਾਰजेस ਦੀ ਹੋ ਸਕਦੀ ਹੈ ਇਹਦਾ मतलब ਇਹ ਹੈ ਠੀਕ ਹੈ ਹੁਣ ਮੈਂ ਇੱਕ ਤਾਂ ਸੁਣੂਗਾ ਹਾਂ ਰਬੜ ਮੰਨ ਲਓ ਆ ਤਾਂ ਹੈਗੇ ਰਬੜ ਆ ਜਿਹੜੀ ਰਬੜ ਹੈ ਇਸ ਦੇ ਵਿੱਚ ਮੈਂ ਕੀ ਹੈ ਮੈਟਲ ਦੀਆਂ ਵਾਇਰਸ ਵੀ ਲਗਾ ਦਿੱਤੀਆਂ ਤਾਂ ਬੱਚੇ ਇਹਦੇ ਵਿੱਚੋਂ ਕਰੰਟ ਪਾਸ ਹੋਏਗਾ ਇਹ ਜੋ करंट पास होएगा ये गल का ध्यान रखिए ये तो नहीं होता दिस इज अ प्योर इंसुलेटर दिस इज अ पार्शली ठीक है जी इस तरीके ਨਾਲ ਅਸੀਂ ਮੈਟੈਲਿਕ ਵਾਇਰਸ ਲਗਾ ਪਹਿਲਾਂ ਅਸੀਂ ਇਹ ਕਰਦੇ ਸੀ ਮੈਟੈਲਿਕ ਵਾਇਰਸ ਜਿਹਦੇ ਨਾਲ ਕੀ ਹੁੰਦਾ ਸੀਗਾ ਜਦੋਂ ਇਹ ਟਰੱਕ ਚੱਲਦੇ ਆ ਦੇਖੋ ਟਰੱਕ ਕਦੇ ਵਾਸਤੇ ਲੈ ਕੇ ਜਾਏ ਜਾਂਦੇ ਨੇ ਵੈਸੇ ਤਾਂ ਦੇਖੋ ਫੂਡ ਵਾਸਤੇ ਵੀ ਲੈ ਕੇ ਜਾਂਦੇ ਨੇ ਬਟ ਆਪਾਂ ਕੀ ਕੁਐਸਚਨ ਸਮਝਣਾ ਹੈ ਕਿ ਆਇਲ ਜਾ ਰਿਹਾ ਹੈ चाहे वो HP का ऑयल है चाहे इंडियन ऑयल है वटएवर चाहे राइस वटएवर जो भी है तो देखो ਉਹਦੇ ਵਿੱਚ बहुत ज्यादा ऑयल है ਜਦੋਂ ਇਹ ਟਰੱਕ ਚੱਲੂਗਾ ਠੀਕ ਹੈ 에ਅਰ ਦੇ ਨਾਲ ਕੀ ਰਬ ਕਰੂਗਾ ਇਹਦੀ ਬਾਡੀ ਰਬ ਕਰੂਗੀ ਤਾਂ ਉੱਥੇ ਕੀ ਫ੍ਰਿਕਸ਼ਨ ਨਾਲ ਇਹਦੀ ਬਾਡੀ ਚਾਰਜ ਹੋਊਗੀ ਜੇ ਚਾਰਜ ਐਜ਼ ਇਟ ਇਜ਼ ਸਟੋਰ ਹੁੰਦਾ ਗਿਆ ਬਹੁਤ ਜ਼ਿਆਦਾ ਚਾਰਜ ਸਟੋਰ ਹੋ ਗਿਆ ਤਾਂ ਬਲਾਸਟ ਹੋਣ ਦੇ ਚਾਂਸਸ ਨੇ ਤਾਂ ਮੰਨ ਲਓ ਇਹਦੇ ਤੇ ਕੁਝ ਪੋਜ਼ਿਟਿਵ ਚਾਰਜ ਆਇਆ ਤਾਂ ਅਸੀਂ ਇਸ ਮੈਟਲ ਦੀ ਬਾਡੀ ਨੂੰ
नाल की दिखाती है मैटेलिक वायर्स। ये मैटेलिक वायर्स किहदे नाल कंडक्ट करवाती ग्राउंड दे नाल। तां बच्चे की हुंदा है फिर ये जिहड़े ग्राउंड दे नाल टच होने तो बाद इहदे विच जिहड़े इलैक्ट्रॉन्स ने वो इस बॉडी दे विच लगातार ट्रांसफर होंदे रहंदे ने ते एक इलैक्ट्रॉन एक पॉजिटिव चार्ज को न्यूट्रलाइज करूगा, फिर एक इलैक्ट्रॉन एक होर पॉजिटिव चार्ज को न्यूट्रलाइज करूगा। इस तरीके दे नाल इस बॉडी ते कदे भी चार्ज स्टोर होएगा ही नहीं। ठीक है जी। तो फ्रिक्शन के नाल ਅਸੀਂ बॉडी ਨੂੰ चार्ज कर सकते हैं, ये साडे वास्ते एक एडवांटेज है। बट ये डिसएडवांटेज भी है कि ਇਹਦੇ ਨਾਲ ਸਾਨੂੰ ਜਿਹੜੇ ਕਿ स्पेशली ਸਾਡੇ ਵਹੀਕਲਸ ਨੇ ਉਹਨਾਂ ਵਿੱਚ ਬਲਾਸਟ ਹੋਣ ਦਾ ਚਾਂਸ ਹੈ। ਤਾਂ ਇਹਦੇ ਨਾਲ ਹੀ ਤੁਹਾਨੂੰ ਇੱਕ ਬੜਾ ਇੰਪੋਰਟੈਂਟ ਕੁਐਸਚਨ ਮੈਂ ਨੋਟ ਕਰਾ ਰਿਹਾ, ਉਹ ਕੁਐਸਚਨ ਤੁਸੀਂ ਨੋਟ ਕਰ ਲਓ ਤੇ ਉਹਦਾ ਮੈਂ ਆਨਸਰ ਵੀ ਤੁਹਾਨੂੰ ਮੈਂ ਲਿਖਾ ਦਵਾਂ। हाँ जी, क्वेश्चन है vehicles carrying inflammable material usually have metallic chains touching the ground during the motion of the vehicle। ये तुसी अपनी फेयर नोटबुक्स से क्वेश्चन नोट करने ने। वाई देखो जी आ गया ना क्वेश्चन, कहते व्हीकल्स ने जिहड़े कैरिंग inflammable material usually have metallic chains touching the ground during the motion of the vehicle। Why? ठीक है जी। मैं चाहूंगा इसका आंसर तुसी खुद अपने अकॉर्डिंग लिखो। ठीक है जी। जे कल तक का मैं तुहानू इसदा टाइम दूंगा। ठीक है, जे नहीं लिख सकते हुए फिर मैं उस तो बाद तुहानू आंसर समझाऊंगा, कोई दिक्कत नहीं। ठीक है जी। उस तो बाद एक और क्वेश्चन है जी, सेकंड क्वेश्चन, the tires of buses। दूसरा क्वेश्चन आ गया, the tires of buses, trucks and aeroplanes are made of a special rubber, material which is slightly conducting why। आई थिंक तुहानू दोनों क्वेश्चन के आंसर बिल्कुल क्लीयर हो गए होने। मैंने एक मैसेज कर दो, लिख लोगे ना अपने आप आंसर? इफ यस टाइप कर दो मैसेज भी सब लिख ला। ओके वेरी गुड। एक थर्ड क्वेश्चन हो रहा है जी, व्हाट विल हैपन चलो एक क्वेश्चन ना अगला मैं कंसेप्ट कराऊंगा फिर बस इन्ने का। ठीक है, क्योंकि नवे कंसेप्ट नाल रिलेटेड क्वेश्चन है, ये क्वेश्चन फिलहाल करेंगे। ठीक है जी। तो अज वाला टॉपिक समझ लग गया जी। देखो अपना एक मैथड रह गया बाय इंडक्शन, टाइम आपको 6 मिनट रह गए, तक कंप्लीट होना नहीं है। ठीक है, अपन नेक्स्ट क्लास में करांगे इस नाल ही क्वेश्चन होंगे। एयरप्लेन के टायर किवें कटते हैं मतलब बच्चे समझ नहीं मैं जान की कह रहा, दोबारा बोलो। अच्छा
देखो कई बच्चे तो पता ये सोच रहे भी सर एयरप्लेन तो हवा हवा ਦੇ ਵਿੱਚ ਰਹਿੰਦਾ ਹਨ ਵੀ ਉਹਦੇ ਵਿੱਚ ਕੀ ਬੱਚੇ ਹਮੇਸ਼ਾ ਹਵਾ ਚ ਥੋੜੀ ਰਹਿੰਦਾ ਉਹਦੀ ਲੈਂਡਿੰਗ ਵੀ ਹੁੰਦੀ ਹੈ ਹਨਾ ਉਹਦੀ ਲੈਂਡਿੰਗ ਵੀ ਹੁੰਦੀ ਹੈ ਤੇ ਉਹ ਟੇਕ ਆਫ ਵੀ ਹੁੰਦਾ ਉਹ ਉਦੋਂ ਗੱਲ ਕਰ ਰਹੇ ਨੇ ਠੀਕ ਹੈ ਵੀ ਜਦੋਂ ਟੇਕ ਆਫ ਹੋ ਰਿਹਾ ਹੈ ਤਾਂ ਉਦੋਂ ਮਤਲਬ ਜਾਨੀ ਕਿ ਉਹਦੇ ਜਿਹੜੇ ਕੀ ਹੈ ਵੀਲਸ ਤੇ ਮਤਲਬ ਜਾਨੀ ਕਿ ਕੀ ਹੋਣਾ ਉਹਦੇ ਵੀਲਸ ਕਰਕੇ ਮਤਲਬ ਜੇ ਉਹ ਰਬੜ ਹੋਏਗੀ ਤਾਂ ਉਦੋਂ ਜਦੋਂ ਉਹ ਟੇਕ ਆਫ ਕਰਦਾ ਤਾਂ ਉਹਦੀ ਬਾਡੀ ਤੇ ਕੋਈ ਜ਼ਿਆਦਾ ਚਾਰਜ ਸਟੋਰ ਨਾ ਹੋ ਜੇ ਠੀਕ ਹੈ ਕਿਤੇ ਪਤਾ ਲੱਗੇ ਬਾਅਦ ਦੇ ਵਿੱਚ ਉੱਪਰ ਜਾ ਕੇ ਬਲਾਸਟ ਹੋ ਗਿਆ ਹੈਨਾ ਸੋ ਦੈਟਸ ਵਾਈ ਠੀਕ ਹੈ ਜੀ ਇਜ਼ ਇਟ ਕਲੀਅਰ ਟੂ ਆਲ समझ आ रही है जो मैं काम करवा रहा देखो मैं बिल्कुल सौखे तरीके जिन्ना मैं कर सकता मैं उन्ना ही करवाऊंगा ठीक है मतलब जिन्ना भी बिल्कुल सिंपल तो सिंपल विच बाकी तुहाडे कोल बुक हैगी है बुक दे विच तुहानूं होर भी वधिया लैंग्वेज मिल जूगी वो लैंग्वेज तुसीं की है यूज कर सकते हो या अपनी लैंग्वेज यूज करो सर इलेक्ट्रो पॉजिटिव का क्या मीनिंग है हाँ इलेक्ट्रो पॉजिटिव इलेक्ट्रो पॉजिटिव इलेक्ट्रो पॉजिटिव मतलब होता है जो इलेक्ट्रॉन रिलीज कर सकते हो इलेक्ट्रॉन रिलीज करने की कैपेसिटी वाले मटीरियल्स को ਅਸੀਂ इलेक्ट्रो पॉजिटिव होता है मतलब ਇਹ इलेक्ट्रॉन ਜਦੋਂ ਲੂਜ਼ ਕਰਨਗੇ ਇਹਨਾਂ ਦੇ ਪੋਜ਼ਿਟਿਵ ਚਾਰਜ दिस इज द मीनिंग हाँ जी ठीक है जी एक जिन्हें भी तुसी YouTube ਤੇ ਵੀਡੀਓ ਦੇਖਦੇ ਹੋ ਠੀਕ ਹੈ ਉਹਨੂੰ ਲਾਈਕ ਤੇ ਕਮੈਂਟ ਕਈ ਬੱਚੇ ਕਰਦੇ ਵੀ ਹੈ ਬਾਕੀ ਵੀ ਜਰੂਰ ਕਮੈਂਟ ਕਰਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਠੀਕ ਹੈ ਤੇ ਬਸ ਮੇਰੇ ਲਈ ਤਾਂ ਇਹੀ ਮੋਟੀਵੇਸ਼ਨ ਹੈ ਐਂਡ ਓਕੇ ਥੈਂਕ ਯੂ ਟੇਕ ਕੇਅਰ ओके बच्चे थैंक यू